ਚਾਹ ਹੁੰਦੀ ਹੈ ਇਹ ਆਪਾਂ ਬਣਾਉਣੇ ਤਾਂ ਦੁੱਧ ਦੇ ਵਿੱਚ ਪੱਤੀ ਹੁੰਦੇ ਆ, ਜਿਵੇਂ ਘਰਾਂ 'ਚ ਆਪਣੀ ਨੋਰਮਲ ਚਾਹ ਬਣਦੀ ਹੈ, ਹੌਟ ਟੀ ਕਹਿੰਦੇ ਜਿਹਨੂੰ ਆਪਾਂ ਉਵੇਂ ਸੇਮ ਚਾਹ ਬਣਾਉਣੇ ਹੈਗੇ। ਬਟ ਜਿਹੜੀ ਆਪਣੀ ਚਾਹ ਦੇ ਤੁਸੀਂ ਫਲੇਵਰ ਮੰਗੋਗੇ, ਜਿਵੇਂ ਰੋਜ਼, ਸਟ੍ਰਾਬੇਰੀ, ਚਾਕਲੇਟ, ਵੈਨੀਲਾ, ਕੇਸਰ, ਇਹ ਸਾਰੇ ਫਲੇਵਰ ਹੈ। ਇਹ ਜਦੋਂ ਤੁਸੀਂ ਚਾਹ ਪੀਓਗੇ ਨਾ ਤੁਹਾਨੂੰ ਟੇਸਟ ਆਏਗਾ ਉਹ ਚਾਹ ਦਾ। ਤਾਂ ਲੋਕਾਂ ਨੇ ਚਾਕਲੇਟ ਕੌਫੀ ਤਾਂ ਪੀਤੀ ਹੁੰਦੀ, ਬਟ ਚਾਹ ਦੇ ਵਿੱਚ ਨਾ ਤਾਂ ਕਿਸੇ ਨੇ ਕਦੇ ਧਿਆਨ ਦਿੱਤਾ ਸੀਗਾ ਕਿ ਇਸ ਲਈ ਅਸੀਂ ਚਾਹੁੰਦੇ ਸੀ। ਅਤੇ ਦੂਜਾ ਅਸੀਂ ਨਾਂ ਵੀ ਚਾਹ ਦੇ ਨਾਮ 'ਤੇ ਹੀ ਰੱਖਿਆ ਹੈਗਾ। ਹਿੰਦੀ ਦੇ ਵਿੱਚ ਤਾਂ ਆਪਾਂ ਚਾਏ ਕਹਿ ਦਿੰਦੇ ਹਾਂ, ਇੰਗਲਿਸ਼ 'ਚ ਟੀ ਕਹਿ ਦਿੰਦੇ ਹਾਂ। ਅਸੀਂ ਸੋਚ ਰਹੇ ਸੀ ਕਿ ਪਹਿਲਾਂ ਇੰਗਲਿਸ਼ 'ਚ ਨਾਮ ਰੱਖੀਏ, ਟੀ ਨੂੰ ਲੈ ਕੇ ਕੁਛ ਹਿੰਦੀ 'ਚ ਰੱਖੀਏ, ਚਾਏ ਨੂੰ ਲੈ ਕੇ, ਬਟ ਅਸੀਂ ਸੋਚਿਆ ਪੰਜਾਬ 'ਚ ਬੈਠੇ ਹਾਂ, ਪੰਜਾਬ 'ਚ ਚਾਹ ਨੂੰ ਲੈ ਕੇ ਹੀ ਅਤੇ ਚਾਹ ਦੇ ਉੱਤੇ ਹੀ ਆਪਾਂ ਕੁਛ ਕਰਨਾ ਹੈਗਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਰੋਹਿਤ ਭਾਰਦਵਾਜ ਬੋਲਬਾਣੀ ਚੈਨਲ 'ਤੇ ਤੁਹਾਡਾ ਸਵਾਗਤ ਕਰਦਾ। ਅਤੇ ਅੱਜ ਆਪਾਂ ਆਏ ਹਾਂ ਇੱਕ ਨਵੀਂ ਜਗ੍ਹਾ 'ਤੇ, ਜਿੱਥੇ ਕਿ ਅਸੀਂ ਸੋਚਿਆ ਕਿ ਚਲੋ ਤੁਹਾਨੂੰ ਵੀ ਇਸ ਜਗ੍ਹਾ ਦੇ ਬਾਰੇ ਥੋੜ੍ਹਾ ਜਿਹਾ ਦੱਸ ਦਈਏ ਤਾਂ ਕਿ ਤੁਸੀਂ ਵੀ ਇੱਥੇ ਆਓ ਅਤੇ ਇਸ ਜਗ੍ਹਾ ਦਾ ਲੁਤਫ ਲੈ ਸਕੋ। ਵੈਸੇ ਤਾਂ ਅਸੀਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੀ ਹਾਂ, ਅਤੇ ਬਠਿੰਡਾ ਜ਼ਿਲ੍ਹੇ ਤੋਂ 10 ਕੁ ਕਿਲੋਮੀਟਰ ਅੱਗੇ ਜਾ ਕੇ ਫੈਕਟਰੀ ਆਊਟਲੈਟ, ਠੀਕ ਹੈ, ਫੈਕਟਰੀ 7 ਨੈਸ਼ਨਲ ਹਾਈਵੇ 7 ਦੇ ਉੱਤੇ ਇੱਕ ਬਣਿਆ ਹੋਇਆ ਆਊਟਲੈਟ ਹੈ, ਜਿੱਥੇ ਕਿ ਬਹੁਤ ਸਾਰੇ ਸ਼ੋਰੂਮਸ ਵਗੈਰਾ ਨੇ। ਅਤੇ ਹੁਣ ਉੱਥੇ ਹੀ ਇੱਕ ਹੋਰ ਯੂਨੀਕ ਜਿਹੜਾ ਹੈ ਇੱਕ ਕੈਫੇ ਖੁੱਲ੍ਹਿਆ ਹੋਇਆ ਹੈ, ਜਿਹਦਾ ਨਾਮ ਹੈ ਚਾਏ ਸ਼ਾਟਸ, ਜਾਂ ਆਪਾਂ ਪੰਜਾਬੀ ਦੇ ਵਿੱਚ ਕਹਿ ਸਕਦੇ ਹਾਂ ਵੀ ਚਾਹ ਸ਼ਾਟਸ, ਠੀਕ ਹੈ। ਤਾਂ ਅਸੀਂ ਹੁਣ ਉੱਥੋਂ ਦੀ ਲੰਘ ਹੀ ਰਹੇ ਸੀਗੇ, ਅਸੀਂ ਸੋਚਿਆ ਵੀ ਫੈਕਟਰੀ ਆਊਟਲੈਟ ਦੇ ਵਿੱਚ ਥੋੜ੍ਹਾ ਜਿਹਾ ਘੁੰਮ ਫਿਰ ਲਈਏ, ਅਤੇ ਫਿਰ ਅਸੀਂ ਚਾਹ ਸ਼ਾਟ ਦੇ ਉੱਤੇ ਰੁਕੇ। ਜਦੋਂ ਚਾਹ ਪੀਤੀ ਤਾਂ ਸਾਨੂੰ ਨਹੀਂ ਪਤਾ ਸੀਗਾ ਵੀ ਇੰਨੀਆਂ ਵਰਾਇਟੀਜ਼ ਦੀਆਂ ਵੀ ਚਾਹ ਹੁੰਦੀਆਂ ਨੇ। ਤਾਂ ਇੱਥੇ ਸਾਨੂੰ 7 ਪ੍ਰਕਾਰ ਦੀਆਂ ਚਾਹ ਮਿਲਦੀਆਂ, ਅਤੇ ਅਸੀਂ ਉਹਦੇ ਵਿੱਚੋਂ 3-4 ਤਰ੍ਹਾਂ ਦੀਆਂ ਚਾਹ ਪੀ ਕੇ ਵੇਖੀਆਂ, ਸਾਨੂੰ ਬਹੁਤ ਟੇਸਟੀ ਲੱਗੀਆਂ। ਅਤੇ ਅਸੀਂ ਸੋਚਿਆ ਵੀ ਤੁਹਾਡਾ ਵੀ ਇਹਨਾਂ ਨਾਲ ਰਾਬਤਾ ਕਰਾਇਆ ਜਾਵੇ। ਤਾਂ ਚਲੋ ਆਓ ਵੀਰ ਜੀ ਆਪਾਂ ਗੱਲ ਕਰਦੇ ਹਾਂ ਚਾਏ ਸ਼ਾਟਸ ਵਾਲੇ ਵੀਰਾਂ ਨਾਲ। ਸਤਿ ਸ਼੍ਰੀ ਅਕਾਲ ਵੀਰੇ। ਸਭ ਤੋਂ ਪਹਿਲਾਂ ਤਾਂ ਆਪਣੀ ਇੰਟਰੋ ਦਿਓ ਸਾਡੇ ਸਰੋਤਿਆਂ ਨੂੰ ਕਿ ਤੁਸੀਂ ਕਿੰਨੀ ਸਟੱਡੀ ਕੀਤੀ ਹੈ ਜਾਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਹੈ ਨਾ, ਅਤੇ ਕੀ ਚੀਜ਼। ਮੈਂ ਵੀਰੇ ਇੱਥੋਂ ਆਪਣਾ ਸਟੱਡੀ 10th ਤੱਕ ਤਾਂ ਗੁਰੂ ਰਾਮਦਾਸ ਸਕੂਲ ਤੋਂ ਕੀਤੀ ਸੀ। ਉਸ ਤੋਂ ਬਾਅਦ ਮੈਂ +2 ਕੀਤੀ ਹੈ ਦੂਨ ਪਬਲਿਕ ਸਕੂਲ, ਜਿਹੜਾ CBSE ਸੀਗਾ। ਉਸ ਤੋਂ ਬਾਅਦ ਮੈਂ ਸੋਚ ਰਿਹਾ ਸੀਗਾ ਕਿ ਮੈਂ ਕੈਨੇਡਾ ਚਲਾ ਜਾਵਾਂ, ਹੈ ਨਾ। ਮੈਂ ਉਹਦੇ ਲਈ ਬਹੁਤ ਟਰਾਈ ਵੀ ਕੀਤਾ, ਬਟ ਨਹੀਂ ਹੋ ਪਾਇਆ। ਆਇਲਟਸ ਵੀ ਹੋ ਗਿਆ ਸੀ, ਸਭ ਕੁਝ ਹੋ ਗਿਆ ਸੀਗਾ, ਬਟ ਕੋਈ ਨਾ ਕੋਈ ਇਸ਼ੂ ਆ ਜਾਂਦਾ ਸੀ, ਇਹਦੇ ਕਰਕੇ ਮੈਂ ਨਹੀਂ ਜਾ ਪਾਇਆ। ਉਸ ਤੋਂ ਬਾਅਦ ਮੈਂ ਇੱਥੇ ਇੱਕ ਡਿਪਲੋਮਾ ਕਰ ਰਿਹਾ ਸੀਗਾ VFX ਦੇ ਵਿੱਚ, ਅਤੇ ਉਹ ਡਿਪਲੋਮਾ ਦੇ ਦੌਰਾਨ ਇੱਥੇ ਕੋਵਿਡ ਲੱਗ ਗਿਆ, ਅਤੇ ਅੱਗੇ ਕੋਈ ਜੋਬ ਦਾ ਕੋਈ ਸੀਨ ਹੈ ਨਹੀਂ ਸੀਗਾ। ਫਿਰ ਇੱਕ ਦਿਨ ਮੈਂ ਇੱਥੇ ਨਾਨੀ ਜੀ ਬਿਮਾਰ ਸੀਗੇ, ਮੇਰੇ ਨਾਨੀ ਜੀ, ਹੈ ਨਾ, ਅਤੇ ਫਿਰ ਮੈਂ ਇੱਥੇ ਨਾਨਕੇ ਘਰ ਆਇਆ ਹੋਇਆ ਸੀਗਾ। ਤਾਂ ਮੋਸਟਲੀ ਮੈਂ ਦਿੱਲੀ ਰਹਿੰਦਾ ਹੁੰਦਾ ਸੀਗਾ, ਅਤੇ ਉਹਦੇ ਕਰਕੇ ਮੇਰਾ ਫਰੈਂਡਸ ਦੇ ਨਾਲ ਵੀ ਤਾਲਮੇਲ ਘੱਟ ਹੀ ਰਹਿੰਦਾ ਸੀ। ਉਹਦਾ ਇੱਥੇ ਆਉਣ ਤੋਂ ਬਾਅਦ ਇਹਨਾਂ ਨੇ ਮੇਰੀ ਗੱਲਬਾਤ ਹੋਈ ਹੈ ਨਾ, ਇਹ ਸਾਰੇ ਮੈਨੂੰ ਕਹਿ ਰਹੇ। ਮੇਰਾ ਇੱਕ ਫਰੈਂਡ ਹਰੀਸ਼ ਹੈ, ਇੱਕ ਫਰੈਂਡ ਮੇਰਾ ਤੇਜਵੀਰ ਹੈ, ਇਹ ਦੋਨੋਂ ਡਿਸਕਸ ਕਰ ਰਹੇ ਸੀਗੇ ਕਿ ਕੋਵਿਡ ਕਰਕੇ ਕੋਈ ਜੋਬ ਦਾ ਸੀਨ ਹੈ ਨਹੀਂ ਗਾ, ਕੈਨੇਡਾ ਆਪਾਂ ਜਾ ਨਹੀਂ ਸਕਦੇ, ਕਿਉਂਕਿ ਹੁਣ ਏਜ ਹੋ ਰਹੀ ਹੈ, ਅੱਗੇ ਸੈਟਲ ਕਰਨਾ ਮੁਸ਼ਕਿਲ ਹੋ ਜਾਂਦਾ। ਬਾਕੀ ਇਹ ਕਹਿੰਦੇ ਉੱਥੇ ਜਾ ਕੇ ਕਰਨੀ ਤਾਂ ਮਿਹਨਤ ਹੀ ਹੈ, ਮਿਹਨਤ ਜੇ ਆਪਾਂ ਇੱਥੇ ਕਰ ਲਈਏ ਕੋਈ ਤਰੀਕੇ ਨਾਲ, ਹੈ ਨਾ, ਤਾਂ ਉਹਦਾ ਮੁੱਲ ਤਾਂ ਪਊਗਾ ਹੀ, ਹੈ ਨਾ। ਤਾਂ ਫਿਰ ਆਪਾਂ ਸੋਚਿਆ ਕਿ ਕੋਈ ਇੱਦਾਂ ਦਾ ਕੰਮ ਲੱਭੀਏ ਵੀ ਜਿਵੇਂ ਆਪਾਂ ਨੂੰ ਘੱਟ ਇਨਵੈਸਟਮੈਂਟ ਦੇ ਵਿੱਚ ਸਟੇਬਲ ਕੰਮ ਮਿਲ ਜੇ। ਇਨ ਕੇਸ ਜੇ ਆਪਾਂ ਪ੍ਰੋਫਿਟ 'ਚ ਨਹੀਂ ਜਾਂਦੇ, ਆਪਾਂ ਵਧੀਆ ਕੰਮ ਨਹੀਂ ਲੱਭ ਸਕਦੇ, ਤਾਂ ਆਪਾਂ ਇਹੋ ਜਿਹਾ ਵੀ ਆਪਾਂ ਝੱਲ ਸਕੀਏ, ਮਾਰ ਵੀ ਪੈਂਦੀ ਆਪਾਂ ਨੂੰ, ਹੈ ਨਾ। ਤਾਂ ਫਿਰ ਆਪਾਂ ਬਹੁਤ ਸੋਚਿਆ ਵੀ ਕਿਹੜਾ ਕੰਮ ਕਰ ਸਕੀਏ। 3-4 ਤਰ੍ਹਾਂ ਦੇ ਕੰਮ ਸੀਗੇ ਜਿਹੜੇ ਅਸੀਂ ਟਰਾਈ ਕਰਨ ਦੀ ਕੋਸ਼ਿਸ਼ ਕੀਤੀ, ਬਟ ਸਾਨੂੰ ਲੱਗਿਆ ਕਿ ਉਹਨਾਂ ਦੇ ਵਿੱਚ ਇੱਥੇ ਪ੍ਰੋਫਿਟ ਨਹੀਂ ਹੋਣਾ। ਬਠਿੰਡੇ ਇਲਾਕੇ ਦੇ ਵਿੱਚ ਹੀ ਚਾਹੁੰਦੇ ਸੀ ਅਸੀਂ ਕੁਛ ਕਰਨਾ। ਫਿਰ ਇੱਕ ਦਿਨ ਅਸੀਂ ਇੱਥੇ ਮਾਰਕੀਟ ਆਏ, ਅਸੀਂ ਦੇਖਿਆ ਇੱਥੇ ਇੱਕ ਸ਼ਾਪ ਵਿਹਲੀ ਪਈ ਹੈ। ਤਾਂ ਫਿਰ ਅਸੀਂ ਸੋਚ ਰਹੇ ਸੀਗੇ ਕੋਈ ਨਵਾਂ ਕੰਮ ਕਰਨ ਲਈ, ਹੈ ਨਾ, ਵੀ ਜਿਹੜਾ ਕੰਮ ਇੱਥੇ ਆਊਟਲੈਟ ਦੇ ਵਿੱਚ ਨਾ ਹੋਇਆ ਹੋਵੇ। ਅਸੀਂ ਸੋਚਿਆ ਕਿ ਸ਼ਾਪ ਫਰੀ ਪਈ ਆ ਕੋਵਿਡ ਕਰਕੇ, ਤਾਂ ਇੱਥੇ ਕਿਉਂ ਨਾ ਕੋਈ ਕੰਮ ਕਰੀਏ। ਅਤੇ ਇਹ ਸਾਰਾ ਸੀਗਾ ਫੂਡ ਕੋਰਟ, ਅਤੇ ਫੂਡ ਕੋਰਟ ਦੇ ਵਿੱਚ ਅਸੀਂ ਸੋਚਿਆ ਕਿ ਫੂਡ ਦੀ ਲਾਈਨ ਦੇ ਵਿੱਚ ਹੀ ਕੁਛ ਕੀਤਾ ਜਾਵੇ। ਅਸੀਂ ਸਭ ਆਪਣੇ ਫਰੈਂਡ ਸਰਕਲ ਦੇ ਵਿੱਚ ਪੂਰੇ 'ਚ ਡਿਸਕਸ ਕਰਦੇ ਰਹਿੰਦੇ ਸੀਗੇ ਹਰ ਟਾਈਮ ਵੀ ਕੀ ਕਰੀਏ। ਤਾਂ ਇੱਕ ਫਰੈਂਡ ਨੇ ਸੁਜੈਸਟ ਕੀਤਾ ਕਿ ਮੁੰਬਈ ਜਾ ਕੇ ਆਇਆ ਹੈਗਾ, ਅਤੇ ਮੁੰਬਈ ਦੇ ਵੱਲ ਫਲੇਵਰਡ ਚਾਹ ਹੁੰਦੀ ਹੈ,
ਰੋਜ਼ ਸਟ੍ਰਾਬੇਰੀ ਚਾਕਲੇਟ ਇੱਦਾਂ ਦੀ ਚਾਹ ਹੁੰਦੀ ਹੈ। ਆਪਣੇ ਤਾਂ ਜਿਵੇਂ ਇਲਾਇਚੀ ਵਾਲੀ ਚਾਹ, ਗ੍ਰੀਨ ਟੀ, ਬਲੈਕ ਟੀ ਲੋਕ ਪੀਂਦੇ ਹੈ। ਉਹ ਕਹਿੰਦੇ ਜੇ ਆਪਾਂ ਕੁਛ ਨਵਾਂ ਲੈ ਕੇ ਆਵਾਂਗੇ ਤਾਂ ਹੀ ਇੱਥੇ ਚੱਲੇਗਾ। ਫਿਰ ਅਸੀਂ ਉਹਦੇ ਉੱਤੇ ਰਿਸਰਚ ਕੀਤੀ, ਖੁਦ ਫਲੇਵਰ ਬਣਾਏ, ਸਭ ਕੁਛ ਕਰਕੇ ਦੇਖਿਆ, ਅਸੀਂ ਐਕਸਪੈਰੀਮੈਂਟ ਕਰਕੇ ਦੇਖਿਆ। ਅਤੇ ਆਹ ਵੀਰੇ ਨੇ ਹੋਟਲ ਮੈਨੇਜਮੈਂਟ ਦੇ ਵਿੱਚ ਵੀ ਕੀਤਾ ਹੋਇਆ ਹੈਗਾ, ਤਾਂ ਕਰਕੇ ਸਭ ਅਸੀਂ ਅੱਗੇ ਜੋ ਫਲੇਵਰ ਵਾਲੀ ਚਾਹ ਟਰਾਈ ਕੀਤੀ ਹੈ ਨਾ, ਸਾਨੂੰ ਖੁਦ ਨੂੰ ਬਹੁਤ ਪਸੰਦ ਆਈ। ਅਸੀਂ ਉੱਥੇ ਜਾ ਕੇ ਵੀ ਜੇ ਟੇਸਟ ਕੀਤਾ ਨਾ ਫਲੇਵਰ, ਸਾਨੂੰ ਆਲਮੋਸਟ ਸਾਡਾ ਸੇਮ ਬਣ ਰਿਹਾ ਸੀਗਾ। ਤਾਂ ਕਰਕੇ ਫਿਰ ਅਸੀਂ ਇੱਥੇ 7 ਤਰ੍ਹਾਂ ਦੇ ਫਲੇਵਰ ਰੱਖ ਲਏ ਚਾਹ ਦੇ ਵਿੱਚ। ਅਤੇ ਅਸੀਂ ਉਸ ਤੋਂ ਬਾਅਦ ਸੋਚਿਆ ਸਿਰਫ ਚਾਹ ਨਾਲ ਕੁਛ ਨਹੀਂ ਹੋ ਸਕਦਾ, ਠੀਕ ਹੈ। ਅਸੀਂ ਹੋਰ ਵੈਰਾਈਟੀਜ਼ ਐਡ ਕੀਤੀਆਂ, ਬਰਗਰ ਰੱਖੇ, ਸੈਂਡਵਿਚ ਰੱਖੇ, ਫਰਾਈਜ਼, ਪੈਟੀਜ਼ ਵੀ ਸਟਫਡ ਪੈਟੀਜ਼ ਰੱਖੀਆਂ। ਅਤੇ ਉਸ ਤੋਂ ਬਾਅਦ ਹੁਣ ਅਸੀਂ ਅੱਗੇ ਵੀ ਸੋਚ ਰਹੇ ਹਾਂ ਵੀ ਆਪਾਂ ਕੰਮ ਹੋਰ ਵਧਾਈਏ, ਹੈ ਨਾ। ਤਾਂ ਕੰਮ ਹੋਰ ਵਧਾਉਣ ਲਈ ਅਸੀਂ 1 ਮਹੀਨੇ ਦਾ, ਹਫ਼ਤੇ ਦੇ ਅੰਦਰ ਮੈਨਿਊ ਅਪਡੇਟ ਕਰਾਂਗੇ ਬਈ। ਅਤੇ ਮੈਨਿਊ ਅਪਡੇਟ ਦੇ ਵਿੱਚ ਅਸੀਂ ਆਈਸ ਕਰੀਮ ਵਗੈਰਾ, ਸ਼ੇਕਸ, ਮੋਕਟੇਲ, ਹੋਰ ਚੀਜ਼ਾਂ ਐਡ ਕਰ ਰਹੇ ਹਾਂ। ਅਤੇ ਮੇਨ ਸਾਡਾ ਪਰਪਸ ਇਹੀ ਸੀਗਾ ਕਿ ਕੈਨੇਡਾ ਜਾਣ ਦੀ ਬਜਾਏ ਇੱਥੇ ਮਿਹਨਤ ਕਰਨੀ ਹੈ, ਅਤੇ ਉਹੀ ਚੀਜ਼ ਅਸੀਂ ਕੰਟੀਨਿਊ ਕਰ ਰਹੇ ਹਾਂ। ਅਤੇ ਅਸੀਂ ਜਿੰਨਾ ਵੀ ਕੀਤਾ ਹੈ ਉਸ ਤੋਂ ਫੁੱਲੀ ਸੈਟਿਸਫਾਈਡ ਹੈ। ਸਾਡੀ ਐਕਸਪੈਕਟੇਸ਼ਨਸ ਤੋਂ ਉੱਪਰ ਸਾਡਾ ਕੰਮ ਚੱਲ ਰਿਹਾ ਹੈਗਾ। ਤਾਂ ਹਰੀਸ਼ ਵੀਰੇ, ਤੁਸੀਂ ਆਪਣੇ ਬਾਰੇ ਕੁਝ ਦੱਸੋ। ਸਤਿ ਸ਼੍ਰੀ ਅਕਾਲ ਭਾਈ, ਮੇਰਾ ਨਾਮ ਹਰੀਸ਼ ਹੈ ਜੀ। ਮੈਂ ਵੀ ਇਸ਼ਵਜੋਤ ਅਤੇ ਤੇਜਵੀਰ ਦਾ ਫਰੈਂਡ ਹੈ ਜੀ। ਅਸੀਂ ਵੀ ਸਕੂਲ ਦੇ ਵਿੱਚ ਇਕੱਠੇ ਸੀਗੇ, ਅਤੇ ਉਸ ਤੋਂ ਬਾਅਦ ਅਸੀਂ ਆਪਣੀ +1 +2 ਵੀ ਇਕੱਠੀ ਕੀਤੀ ਹੈ ਜੀ। ਉਸ ਤੋਂ ਬਾਅਦ ਅਸੀਂ ਕਾਲਜ ਦੇ ਵਿੱਚ ਅੱਡ ਚਲੇ ਗਏ ਸੀਗੇ ਜੀ। ਬਾਈ ਜੀ ਹੋਣੀ ਦਿੱਲੀ ਚਲੇ ਗਏ ਸੀ ਵੀ ਆਪਣੇ VFX ਦਾ ਕੋਰਸ ਕਰਨ, ਅਤੇ ਮੈਂ ਆਪਣਾ ਬਠਿੰਡੇ ਸੀਗਾ, ਅਤੇ ਤੇਜਵੀਰ ਬਾਈ ਚਲਾ ਗਿਆ ਸੀ ਚੰਡੀਗੜ੍ਹ। ਅਤੇ ਉਸ ਤੋਂ ਬਾਅਦ ਫਿਰ ਅਸੀਂ ਬਹੁਤ ਟਾਈਮ ਬਾਅਦ ਹੁਣ ਕੋਵਿਡ ਕਰਕੇ ਅਸੀਂ ਮਿਲੇ ਸੀਗੇ ਜੀ। ਅਤੇ ਕੋਵਿਡ ਕਰਕੇ ਜਦੋਂ ਬਾਈ ਹੋਣੀ ਆਏ ਹੋਏ ਸੀਗੇ ਜੀ, ਅਤੇ ਉਦੋਂ ਇਹਨਾਂ ਨੇ ਫ਼ੋਨ ਕੀਤਾ ਕਿ ਕਿੱਥੇ ਹੋ, ਕੀ ਕਰਦੇ ਪਏ ਹੋ ਅੱਜ ਕੱਲ੍ਹ। ਅਤੇ ਅਸੀਂ ਕਹੀਏ ਅਸੀਂ ਤਾਂ ਆਪਣੀ ਸਾਰੀ ਸਟੱਡੀ ਕੰਪਲੀਟ ਕਰਕੇ ਬੈਠੇ ਜੀ, ਅਤੇ ਹਜੇ ਕੁਝ ਬਣ ਨਹੀਂ ਰਿਹਾ। ਜੋਬ ਵਗੈਰਾ ਪਹਿਲਾਂ ਟਰਾਈ ਕੀਤੀਆਂ, ਉਹ ਵੀ ਕੀਤੀਆਂ, ਉਸ ਤੋਂ ਬਾਅਦ ਕੋਵਿਡ ਕਰਕੇ ਉਹ ਵੀ ਚਲੀ ਗਈ, ਅਤੇ ਆਲਮੋਸਟ ਸਾਰਾ ਕੁਝ ਡਨ ਹੋ ਚੁੱਕਿਆ ਸੀਗਾ। ਫਿਰ ਅਬਰੋਡ ਦਾ ਟਰਾਈ ਕਰਨਾ ਸੀਗਾ, ਬਟ ਉਹ ਕੋਵਿਡ ਕਰਕੇ ਰਹਿ ਗਿਆ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੰਸੈਪਟ ਦੱਸਿਆ ਸਾਨੂੰ ਫ਼ੋਨ ਕਰਕੇ ਕਿ ਬਾਈ ਇੱਦਾਂ ਇੱਦਾਂ ਕਰਕੇ ਹੈ ਕਿ ਆ ਜਾਓ ਤੁਸੀਂ, ਆਪਾਂ ਇੱਕ ਨਵੀਂ ਚੀਜ਼ ਕਰਨ ਲੱਗੇ ਹਾਂ। ਅਤੇ ਫਿਰ ਅਸੀਂ ਬੈਠੇ, ਮਿਲੇ, ਅਤੇ ਫਿਰ ਜਾ ਕੇ ਸਾਨੂੰ ਪਤਾ ਚੱਲਿਆ ਕਿ ਇਹ ਵਾਲਾ ਕੰਸੈਪਟ ਕਰਨ ਲੱਗਿਆ ਹੈ, ਜਿਹਦਾ ਨਾਮ ਹੈ ਚਾਹ ਸ਼ਾਟ। ਚਾਹ ਸ਼ਾਟ ਦੇ ਵਿੱਚ ਕੀ ਆਪਣੇ ਕੋਲ ਅਲੱਗ-ਅਲੱਗ ਫਲੇਵਰ ਦੀ ਚਾਹ ਹੀ 7 ਫਲੇਵਰ ਦੀ ਚਾਹ ਹੀ, ਅਤੇ ਉਹ ਆਪਣੀ ਡਿਫਰੈਂਟ ਚੀਜ਼ ਹੈ ਜੀ ਸਾਰਿਆਂ ਨਾਲੋਂ। ਵੀਰੇ ਮੈਂ ਨਾ ਅੱਜ ਤੱਕ ਜਿਵੇਂ ਨਾ 2 ਹੀ ਫਲੇਵਰਾਂ ਦੀ ਚਾਹ ਪੀਤੀ ਹੈ। ਜਾਂ ਤਾਂ ਆਪਾਂ ਜਿਵੇਂ ਕਹਿ ਦਿੰਦੇ ਹਾਂ ਵੀ ਗੁੜ ਵਾਲੀ ਚਾਹ, ਹੈ ਨਾ, ਵੀ ਉਹ ਤਾਂ ਚਲੋ ਆਮ ਹੀ ਘਰੇ ਬਣਦੀ ਰਹਿੰਦੀ ਹੈ। ਜਾਂ ਜਿਵੇਂ ਆਪਾਂ ਸਰਦੀਆਂ ਦੇ ਵਿੱਚ ਅਦਰਕ ਵਾਲੀ ਚਾਹ ਪੀ ਲੈਂਦੇ ਹਾਂ, ਹੈ ਨਾ, ਵਿੱਚ ਮਾੜਾ ਮੋਟਾ ਕੀ ਹੁੰਦਾ ਵੀ ਆਪਾਂ ਚਲੋ ਕਦੇ ਇਲਾਇਚੀ ਪਾ ਲਈ, ਲੌਂਗ ਪਾ ਲਈ, ਹੈ ਨਾ, ਵੀ ਟੇਸਟ ਵਧਾਉਣ ਨੂੰ, ਹੈ ਨਾ। ਪਰ ਇਹ ਤੁਹਾਡਾ ਕੰਸੈਪਟ ਕੀ ਹੈ? ਜਿਵੇਂ ਤੁਹਾਡੇ ਮੈਨਿਊ ਦੇ ਵਿੱਚ ਲਿਖਿਆ ਵੀ ਸਟ੍ਰਾਬੇਰੀ ਚਾਹ, ਹੈ ਨਾ, ਅਤੇ ਕੀ ਬੋਲਦੇ ਚਾਕਲੇਟ ਦੀ ਚਾਹ, ਹੈ ਨਾ, ਰੋਜ਼ ਟੀ ਵਗੈਰਾ, ਇਹ ਚੀਜ਼ਾਂ ਕੀ ਨੇ ਕੰਸੈਪਟ? ਤੁਸੀਂ ਮਾੜਾ ਜਿਹਾ ਕਲੀਅਰ ਕਰੋ ਸਾਡੇ ਦਰਸ਼ਕਾਂ ਨੂੰ। ਇਹ ਵੀਰੇ ਇੱਦਾਂ ਹੁੰਦਾ ਹੈਗਾ, ਜਿਹੜਾ ਆਪਣਾ ਚਾਹ ਹੁੰਦੀ ਹੈ ਇਹ ਆਪਾਂ ਬਣਾਉਣੇ ਤਾਂ ਦੁੱਧ ਦੇ ਵਿੱਚ ਪੱਤੀ ਹੁੰਦੇ ਆ, ਜਿਵੇਂ ਘਰਾਂ 'ਚ ਆਪਣੀ ਨੋਰਮਲ ਚਾਹ ਬਣਦੀ ਹੈ, ਹੌਟ ਟੀ ਕਹਿੰਦੇ ਜਿਹਨੂੰ ਆਪਾਂ ਉਵੇਂ ਸੇਮ ਚਾਹ ਬਣਾਉਣੇ ਹੈਗੇ। ਬਟ ਜਿਹੜੀ ਆਪਣੀ ਚਾਹ ਦੇ ਤੁਸੀਂ ਫਲੇਵਰ ਮੰਗੋਗੇ, ਜਿਵੇਂ ਰੋਜ਼, ਸਟ੍ਰਾਬੇਰੀ, ਚਾਕਲੇਟ, ਵੈਨੀਲਾ, ਕੇਸਰ, ਇਹ ਸਾਰੇ ਫਲੇਵਰ ਹੈ। ਇਹ ਜਦੋਂ ਤੁਸੀਂ ਚਾਹ ਪੀਓਗੇ ਨਾ, ਤੁਹਾਨੂੰ ਟੇਸਟ ਆਏਗਾ ਉਹ ਚਾਹ ਦਾ, ਉਹ ਚੀਜ਼ ਦਾ ਟੇਸਟ ਆਏਗਾ। ਇਹ ਫਲੇਵਰ ਆਪਾਂ ਖੁਦ ਹੀ ਬਣਾਉਣੇ ਹੈਗੇ, ਕੋਈ ਮਾਰਕੀਟ ਦੇ ਵਿੱਚ ਹੁੰਦਾ ਅਵੇਲੇਬਲ ਨਹੀਂ ਹੋਣਗੇ। ਇਹ ਤੁਹਾਨੂੰ ਮਤਲਬ ਟੇਸਟ ਦੇਣ ਲਈ ਹੈ, ਤਾਂ ਕਿ ਕੁਛ ਆਪਾਂ ਹਟ ਕੇ ਹੋਵੇ। ਜਿਵੇਂ ਆਪਾਂ ਘਰੇ ਵੀ ਖਾਂਦੇ ਹਾਂ, ਰੋਜ਼ ਦਾਲ ਖਾਂਦੇ ਹਾਂ ਨਾ, ਰੋਜ਼ ਦਾਲ ਖਾ ਕੇ ਤਾਂ ਬੰਦਾ ਰਹਿ ਨਹੀਂ ਸਕਦਾ ਨਾ। ਤਾਂ ਆਪਾਂ ਚਾਹੁੰਦੇ ਸੀਗੇ ਕੁਛ ਲੋਕਾਂ ਨੂੰ ਡਿਫਰੈਂਟ ਮਿਲੇ ਇੱਥੇ ਮਾਰਕੀਟ ਦੇ ਵਿੱਚ। ਹੁਣ ਜੇ ਨੋਰਮਲ ਮਾਰਕੀਟ ਦੇ ਵਿੱਚ ਵੀ ਲੋਕਾਂ ਨੂੰ ਸੇਮ ਚੀਜ਼ ਮਿਲ ਰਹੀ ਹੈ, ਅਤੇ ਫੈਕਟਰੀ ਆਊਟਲੈਟ ਵਿੱਚ ਵੀ ਸੇਮ ਚੀਜ਼ ਮਿਲ ਰਹੀ ਹੈ, ਤਾਂ ਲੋਕਾਂ ਨੂੰ ਇੱਥੇ ਆ ਕੇ ਉਨਾ ਅੱਛਾ ਨਹੀਂ ਲੱਗਦਾ। ਜੇ ਲੋਕ ਇੱਥੇ ਆ ਕੇ ਕੁਛ ਨਵੀਂ ਚੀਜ਼ ਟਰਾਈ ਕਰਨਗੇ, ਜਿਵੇਂ ਆਪਣੇ ਕੋਲ ਚਾਕਲੇਟ ਸੈਂਡਵਿਚ ਵੀ ਹੈਗਾ, ਅਤੇ ਆਪਣੇ ਕੋਲ ਚਾਕਲੇਟ ਵਾਲੀ ਚਾਹ ਵੀ ਹੈਗੀ। ਤਾਂ ਲੋਕਾਂ ਨੇ ਚਾਕਲੇਟ ਕੌਫੀ ਤਾਂ ਪੀਤੀ ਹੁੰਦੀ ਹੈ, ਬਟ ਚਾਹ ਦੇ ਵਿੱਚ ਨਾ ਤਾਂ ਕਿਸੇ ਨੇ ਕਦੇ ਧਿਆਨ ਦਿੱਤਾ ਸੀਗਾ ਕਿ ਇਸ ਲਈ ਅਸੀਂ ਚਾਹੁੰਦੇ ਸੀ। ਅਤੇ ਦੂਜਾ ਅਸੀਂ ਨਾਂ ਵੀ ਚਾਹ ਦੇ ਨਾਮ 'ਤੇ ਹੀ ਰੱਖਿਆ ਹੈਗਾ। ਤੁਸੀਂ ਇੱਧਰ ਦੇਖੋਗੇ ਜੀ, ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਤਾਂ ਆਪਾਂ ਚਾਏ ਕਹਿ ਦਿੰਦੇ ਹਾਂ, ਇੰਗਲਿਸ਼ 'ਚ ਟੀ ਕਹਿ ਦਿੰਦੇ ਹਾਂ। ਅਸੀਂ ਸੋਚ ਰਹੇ ਸੀ ਕਿ ਪਹਿਲਾਂ ਇੰਗਲਿਸ਼ 'ਚ ਨਾਮ ਰੱਖੀਏ, ਟੀ ਨੂੰ ਲੈ ਕੇ ਕੁਛ ਹਿੰਦੀ 'ਚ ਰੱਖੀਏ, ਚਾਏ ਨੂੰ ਲੈ ਕੇ, ਬਟ ਅਸੀਂ ਸੋਚਿਆ ਪੰਜਾਬ 'ਚ ਬੈਠੇ ਹਾਂ, ਪੰਜਾਬ 'ਚ ਚਾਹ ਨੂੰ ਲੈ ਕੇ ਹੀ, ਅਤੇ ਚਾਹ ਦੇ ਉੱਤੇ ਹੀ ਆਪਾਂ ਕੁਛ ਕਰਨਾ ਹੈਗਾ। ਇੱਕ ਵੀਰੇ ਤੁਸੀਂ ਦੱਸੋ ਵੀ ਇਹ ਤੁਹਾਡੇ ਕੋਲ ਆਈਡੀਆ ਆਇਆ ਕਿਵੇਂ? ਕਿਉਂਕਿ ਨਾ ਜਿਵੇਂ ਅੱਜ ਦਾ ਯੂਥ ਹੈ ਉਹ ਚਾਹੁੰਦਾ ਹੈ ਵੀ ਅਸੀਂ ਕੋਈ ਵੱਡਾ ਕੰਮ ਕਰੇ, ਹੈ ਨਾ,
ਵੀ ਮਤਲਬ ਛੋਟੇ ਕੰਮ ਨੂੰ ਕੋਈ ਹੱਥ ਪਾ ਕੇ ਜਲਦੀ ਜੀ ਰਾਜੀ ਨਹੀਂ ਹੁੰਦਾ ਹੈ ਨਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਯਾਰ ਜਿਵੇਂ ਆਪਣੇ ਆਮ ਸੜਕਾਂ 'ਤੇ ਜਿਵੇਂ ਇੱਕ ਚਾਹ ਦਾ ਅੱਡਾ ਲੱਗਿਆ ਹੁੰਦਾ ਹੈ ਨਾ, ਠੀਕ ਆ ਵੀ ਤੁਸੀਂ ਪਰ ਚਾਹ ਦਾ ਜਿਹੜਾ ਕਨਸੈਪਟ ਆ ਉਹ ਪੂਰਾ ਦਾ ਪੂਰਾ ਹੀ ਚੇਂਜ ਕਰਤਾ ਹੈ ਨਾ ਲੋਕਾਂ ਦੇ ਮਾਈਂਡ ਸੈੱਟ ਦੇ ਵਿੱਚ ਵੀ ਯਾਰ ਨਹੀਂ, ਚਾਹ ਦਾ ਸਿਰਫ ਅੱਡਾ ਨਹੀਂ ਹੁੰਦਾ, ਚਾਹ ਦਾ ਕੈਫੇ ਵੀ ਹੋ ਸਕਦਾ ਹੈ ਨਾ। ਤਾਂ ਇਹ ਚੀਜ਼ ਨੂੰ ਤੁਸੀਂ ਸੋਚ ਕਿਵੇਂ ਤੁਹਾਡੇ ਅੰਦਰ ਡਿਵੈਲਪ ਹੋਈ ਅਤੇ ਕੀ ਤੁਹਾਡਾ ਕਾਰਨ ਸੀਗਾ ਹੈ ਨਾ ਇਹ ਚੀਜ਼ ਨੂੰ ਕਰਨ ਦਾ? ਕਿਉਂਕਿ ਦੇਖੋ ਹੋਰ ਵੀ ਬਹੁਤ ਕੰਮ ਸੀਗੇ ਕਰਨ ਨੂੰ ਹੈ ਨਾ। ਤੁਸੀਂ ਸਾਰੇ ਮਤਲਬ ਕਿ ਤੁਸੀਂ ਆਪਸ 'ਚ ਸਾਰੇ ਫਰੈਂਡਸ ਹੋ ਹੈ ਨਾ, ਨਾਲੇ ਤੁਸੀਂ ਗ੍ਰੈਜੂਏਟ ਵੀ ਹੋ ਹੈ ਨਾ, ਤਾਂ ਤੁਸੀਂ ਆਪ ਵੀ ਮਤਲਬ ਜੋਬਸ ਵਗੈਰਾ ਵੀ ਦੇਖ ਸਕਦੇ ਸੀ ਜਾਂ ਕੁਛ ਹੋਰ ਕੰਮ ਵੀ ਕਰ ਸਕਦੇ ਸੀ ਹੈ ਨਾ। ਜੇ ਤੁਸੀਂ ਤਿੰਨ ਜਣਿਆਂ ਦੀ ਤਾਂ ਟੀਮ ਬਹੁਤ ਵਧੀਆ ਬਣ ਜਾਂਦੀ ਹੈ, ਵੀ ਕੋਈ ਹੋਰ ਕੰਮ ਵੀ ਵਧੀਆ ਹੋ ਸਕਦਾ ਸੀ, ਪਰ ਇਹੀ ਕਨਸੈਪਟ ਕਿਉਂ? ਐਕਚੁਅਲ ਦੇ ਵਿੱਚ ਮੇਨ ਚੀਜ਼ ਇਹ ਹੈ ਕਿ ਮੇਰਾ ਫੈਮਿਲੀ ਬੈਕਗਰਾਊਂਡ ਹੈਗਾ ਬਿਜ਼ਨਸ ਲਈ, ਠੀਕ ਹੈ। ਅਤੇ ਉੱਥੋਂ ਮੈਂ ਆਪਣੇ ਪਾਪਾ ਨੂੰ ਦੇਖ ਕੇ ਇਹੀ ਸਿੱਖਿਆ ਹੈਗਾ ਕਿ ਬਿਜ਼ਨਸ ਦੇ ਵਿੱਚ ਤੁਸੀਂ ਇਹ ਵੱਡੀ ਇਨਵੈਸਟਮੈਂਟ ਕਰੋਗੇ ਇਹ ਸੋਚ ਕੇ ਕਿ ਤੁਹਾਨੂੰ ਵੱਡਾ ਪ੍ਰੋਫਿਟ ਆਊਗਾ, ਤਾਂ ਉੱਥੇ ਤੁਸੀਂ ਵੱਡੇ ਲੋਸ ਦੇ ਵਿੱਚ ਵੀ ਜਾ ਸਕਦੇ ਹੋ। ਅਤੇ ਹੋ ਸਕਦਾ ਹੈ ਵੀ ਆਪਾਂ ਲੋਸ ਨਾ ਝੱਲ ਸਕੀਏ, ਆਪਾਂ ਡਿਪਰੈਸ਼ਨ 'ਚ ਚੱਲ ਜਾਈਏ, ਕੁਛ ਵੀ ਹੋ ਸਕਦਾ ਹੈ ਨਾ। ਅਤੇ ਸੈਕੰਡਲੀ ਅਸੀਂ ਇਹ ਸੋਚਿਆ ਵੀ ਛੋਟੇ ਕੰਮ ਤੋਂ ਸ਼ੁਰੂ ਕਰਾਂਗੇ, ਆਪਾਂ ਨੂੰ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ, ਹੌਲੀ ਹੌਲੀ ਸਿੱਖਾਂਗੇ, ਫਿਰ ਵੱਡੇ ਲੈਵਲ 'ਤੇ ਜਾਵਾਂਗੇ। ਇਨ ਕੇਸ ਆਪਾਂ ਵੱਡੇ ਲੈਵਲ ਤੋਂ ਕੰਮ ਕਰ ਲਿਆ ਹੈ ਨਾ, ਅਤੇ ਉਸ ਤੋਂ ਬਾਅਦ ਆਪਾਂ ਲੋਸ ਚਲੇ ਗਏ, ਨਾ ਤਾਂ ਆਪਣੀ ਅੱਗੇ ਤੋਂ ਹਿੰਮਤ ਪਵੇ ਕੰਮ ਕਰਨ ਦੀ ਅਤੇ ਨਾ ਆਪਾਂ ਅੱਗੇ ਤੋਂ ਉੱਠ ਸਕੀਏ। ਆਪਾਂ ਉਸੇ ਲੈਵਲ 'ਤੇ ਮੈਂਟੈਲਿਟੀ ਆਪਣੀ ਹੋ ਜਾਂਦੀ ਹੈ ਕਿ ਆਪਾਂ ਜ਼ਿੰਦਗੀ 'ਚ ਕੁਛ ਕਰ ਹੀ ਨਹੀਂ ਸਕਦੇ। ਇਸ ਕਰਕੇ ਅਸੀਂ ਸੋਚਿਆ ਕਿ ਤਿੰਨੋਂ ਜਾਣੇ ਮਿਲ ਕੇ ਥੋੜ੍ਹੀ ਇਨਵੈਸਟਮੈਂਟ ਕਰਦੇ ਹਾਂ, ਤਾਂ ਕਿ ਇਨ ਕੇਸ ਜੇ ਅਸੀਂ ਸਕਸੈਸਫੁਲ ਨਹੀਂ ਹੁੰਦੇ, ਫੈਮਿਲੀ 'ਤੇ ਵੀ ਬਰਡਨ ਨਾ ਹੋਵੇ, ਸਾਨੂੰ ਖੁਦ ਨੂੰ ਵੀ ਫੀਲ ਨਾ ਹੋਵੇ ਕਿ ਅਸੀਂ ਪੈਸੇ ਬਰਬਾਦ ਕਰਤੇ। ਕਿਉਂਕਿ ਘਰੋਂ ਬਾਹਰ ਰਹਿ ਕੇ ਫਿਰ ਬੰਦਾ ਬਹੁਤ ਕੁਛ ਸਿੱਖਦਾ। ਮੈਂ ਦਿੱਲੀ ਰਹਿ ਕੇ ਆਇਆ 2 ਸਾਲ, ਵੀਰਾ ਚੰਡੀਗੜ੍ਹ ਰਹਿ ਗਿਆ 3 ਸਾਲ। ਘਰੋਂ ਰਹਿ ਕੇ ਬੰਦਾ ਮਤਲਬ ਆਪਦੇ ਖਰਚੇ ਮੈਨੇਜ ਕਰਨਾ, ਆਪਦੇ ਹਿਸਾਬ ਕਿਤਾਬ ਨੂੰ ਲੈ ਕੇ ਚੱਲਣਾ, ਬੰਦਾ ਚੀਜ਼ਾਂ ਸਿੱਖਦਾ ਹੈ ਨਾ। ਅਤੇ ਉਸ ਦੇ ਅਕੋਰਡਿੰਗ ਫਿਰ ਅਸੀਂ ਸੋਚਿਆ ਕਿ ਵੱਡੇ ਬਿਜ਼ਨਸ ਲੋਕ ਕਰ ਰਹੇ ਆ, ਅਸੀਂ ਦੇਖਿਆ ਲੋਕਾਂ ਨੂੰ ਬਹੁਤ ਪੈਸਾ ਕਮਾ ਲੈਂਦੇ ਆ, ਬਟ ਮੇਨ ਸਾਡਾ ਪੈਸਾ ਕਮਾਉਣ ਦਾ ਮੋਟਿਵ ਨਹੀਂ ਸੀਗਾ। ਸਾਨੂੰ ਸੀਗਾ ਕੁਛ ਕਰੀਏ, ਸਕਸੈਸਫੁਲ ਹੋਈਏ, ਛੋਟੇ ਲੈਵਲ ਤੋਂ ਹੋਈਏ, ਚਾਹੇ ਤੁਹਾਨੂੰ ਚਾਹ ਦਾ ਕੰਮ ਜਾਂ ਛੋਟਾ ਕੰਮ, ਗੱਲ ਹੋਈ ਹੁੰਦੀ ਨਾ, ਬਟ ਪਰਵਿਸ਼ ਕਹਿ ਲਓ, ਮੈਂਟੈਲਿਟੀ ਕਹਿ ਲਓ, ਪਰਸਨ ਟੂ ਪਰਸਨ ਵੇਰੀ ਕਰਦੀ ਹੈ। ਬਟ ਤੁਹਾਡੇ ਕਹਿਣ ਦਾ ਭਾਵ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਸਿਰਫ ਕੰਮ ਕਰਨ ਦੀ ਨੀਤ ਹੋਣੀ ਚਾਹੀਦੀ ਆ, ਠੀਕ ਆ। ਅਤੇ ਵੀਰੇ ਇੱਕ ਜਿਵੇਂ ਹੁਣ ਵੀਰਾ ਦੱਸ ਰਿਹਾ ਸੀਗਾ ਵੀ ਤੁਸੀਂ ਜਿਵੇਂ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰੱਖਿਆ ਹੈਗਾ, ਤਾਂ ਉਹ ਵੀ ਤੁਸੀਂ ਮਤਲਬ ਹੋਟਲ ਮੈਨੇਜਮੈਂਟ ਦੇ ਕੋਰਸ ਦੇ ਤੌਰ 'ਤੇ ਜਿਵੇਂ ਉਹਦੇ ਵਿੱਚ ਹੋਸਪਿਟੈਲਿਟੀ ਮੇਨ ਹੁੰਦਾ ਹੈ ਨਾ, ਜਿਵੇਂ ਕਸਟਮਰ ਨੂੰ ਡੀਲ ਕਿਵੇਂ ਕਰਨਾ ਜਾਂ ਤੁਸੀਂ ਕਸਟਮਰ ਨੂੰ ਸੈਟਿਸਫਾਈ ਕਿਵੇਂ ਕਰਨਾ, ਤਾਂ ਉਹ ਸਾਰੀਆਂ ਚੀਜ਼ਾਂ ਫਿਰ ਤੁਸੀਂ ਇੱਥੇ ਅਪਲਾਈ ਕਰਦੇ ਹੋ ਆਪਣੇ? ਹਾਂਜੀ ਸਰ, ਉਹ ਆਪਣੀ ਬਹੁਤ ਜ਼ਰੂਰੀ ਹੁੰਦੀ ਹੈ ਜੀ, ਫਿਰ ਹੀ ਆਪਾਂ ਕਸਟਮਰ ਨੂੰ ਮੇਨਟੇਨ ਕਰ ਸਕਦੇ ਹਾਂ, ਉਹਨੂੰ ਆਪਾਂ ਵਧੀਆ ਚੀਜ਼ਾਂ ਕੁਆਲਿਟੀ ਦੇ ਸਕਦੇ ਜੀ, ਕਿਉਂਕਿ ਇਹ ਬੇਸਿਕ ਚੀਜ਼ ਹੈ ਜੀ। ਜੇ ਆਪਾਂ ਇਹ ਨਹੀਂ ਕਰਾਂਗੇ ਫਿਰ ਇਹ ਚੀਜ਼ਾਂ ਕਰੇ ਦਾ ਫਾਇਦਾ ਹੀ ਨਹੀਂ ਹੈ ਜੀ। ਸੋ ਇਸ ਲਈ ਇਹ ਹੋਸਪਿਟੈਲਿਟੀ ਵਾਲਾ ਕੰਮ ਬਹੁਤ ਜ਼ਰੂਰੀ ਹੈ ਜੀ। ਅਤੇ ਇੱਕ ਵੀਰੇ ਮਤਲਬ ਕਿ ਜਿਵੇਂ ਹੁਣ ਇਹ ਤਾਂ ਚਲੋ ਆਊਟਲੈਟ ਦੇ ਵਿੱਚ ਹੈਗਾ, ਠੀਕ ਹੈ, ਵੀ ਮਤਲਬ ਬਹੁਤ ਮਤਲਬ ਕਿ ਵਧੀਆ ਸਪੇਸ ਹੈਗੀ ਹੈ, ਇੱਥੇ ਲੋਕਾਂ ਦਾ ਆਉਣਾ ਜਾਣਾ ਵੀ ਹੈਗਾ, ਮਾਰਕੀਟ ਬਹੁਤ ਵਧੀਆ ਬਣੀ ਹੋਈ ਆ ਹੈ ਨਾ। ਪਰ ਜਿਵੇਂ ਹੁਣ ਬਠਿੰਡਾ ਸ਼ਹਿਰ ਆ, ਠੀਕ ਆ, ਸ਼ਹਿਰ ਦੇ ਵਿੱਚ ਵੀ ਕਾਫੀ ਜਿਹੜੀਆਂ ਭੀੜ ਭਾੜ ਵਾਲੀਆਂ ਮਤਲਬ ਕਿ ਇਲਾਕੇ ਨੇ, ਠੀਕ ਹੈ ਜੀ, ਤਾਂ ਉੱਥੇ ਵੀ ਤੁਸੀਂ ਸੋਚਿਆ ਕੁਛ ਕਰਨ ਦਾ ਜਾਂ ਫਿਰ ਸਿਰਫ ਇੱਥੇ ਆਊਟਲੈਟ ਤੱਕ ਹੀ ਸੀਮਿਤ ਹੋ? ਅਸੀਂ ਵੀਰੇ ਅੱਗੇ ਸੋਚ ਕੇ ਚੱਲ ਰਹੇ ਹੈਗੇ। ਹੁਣ ਜਿਵੇਂ ਅਸੀਂ ਸਟੋਰ ਓਪਨ ਕੀਤਾ, ਸਾਨੂੰ 2, 2.5 ਜਾਂ 3 ਮਹੀਨੇ ਹੋਣ ਵਾਲੇ ਆ, ਠੀਕ ਹੈ, ਅਤੇ ਸਾਡੇ ਕੋਲ ਆਲਮੋਸਟ 7 ਜਾਂ 10 ਲੋਕ ਇੱਦਾਂ ਦੇ ਆ ਚੁੱਕੇ ਜਿਹੜੇ ਸਾਨੂੰ ਕਹਿੰਦੇ ਆ ਕਿ ਸਾਨੂੰ ਤੁਸੀਂ ਆਪਣੀ ਫਰੈਂਚਾਈਜ਼ੀ ਦਿਓ, ਅਸੀਂ ਤੁਹਾਡਾ ਕੰਮ ਅਸੀਂ ਕਰਾਂਗੇ, ਸਾਨੂੰ ਤੁਸੀਂ ਜਿੱਦਾਂ ਦਾ ਤੁਹਾਡਾ ਕਨਸੈਪਟ ਹੈ ਸੇਮ ਚੀਜ਼ ਦਿਓ, ਆਈਡੀਆ ਦਿਓ, ਸਭ ਕੁਝ ਦਿਓ, ਅਸੀਂ ਖੁਦ ਹੈਂਡਲ ਕਰਾਂਗੇ, ਖੁਦ ਇਨਵੈਸਟ ਕਰਾਂਗੇ, ਸਾਨੂੰ ਜਸਟ ਫਰੈਂਚਾਈਜ਼ੀ ਚਾਹੀਦੀ ਹੈਗੀ। ਅਤੇ ਉਸ ਦੇ ਵਿੱਚ ਅਸੀਂ ਸੋਚਿਆ ਹੈ ਕਿ ਅੱਗੇ ਕਰਾਂਗੇ, ਬਟ ਅਸੀਂ ਪਹਿਲਾਂ ਚਾਹੁੰਦੇ ਹਾਂ ਕਿ ਅਸੀਂ ਉਹਦੀ ਕੁਆਲਿਟੀ ਉਸ ਲੈਵਲ ਤੱਕ ਰੱਖੀਏ, ਮਤਲਬ ਮੇਨਟੇਨ ਕਰਕੇ ਚੱਲੀਏ 1 ਸਾਲ ਤੱਕ ਜਾਂ 6 ਮਹੀਨੇ ਤੱਕ, ਤਾਂ ਕਿ ਖੁਦ ਨੂੰ ਸੈਟਿਸਫੈਕਸ਼ਨ ਮਿਲ ਜੇ ਕਿ ਅਸੀਂ ਹੁਣ ਸਟੇਬਲ ਹੈਗੇ ਹਾਂ, ਅਸੀਂ ਅੱਗੇ ਕੰਮ ਕਰਨ ਲਈ ਤਿਆਰ ਹਾਂ। ਮਤਲਬ ਲੋਕਾਂ ਨੂੰ ਤੁਹਾਡਾ ਕੰਮ ਇੰਨਾ ਪਸੰਦ ਆ ਰਿਹਾ ਕਿ ਲੋਕ ਖੁਦ ਤੁਹਾਨੂੰ ਅਪਰੋਚ ਕਰ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਵੀ ਹੈਲਪ ਕਰਨਾ ਚਾਹੁੰਦੇ ਹਾਂ ਜਾਂ ਅਸੀਂ ਵੀ ਨਾਲ ਸਟੈਂਡ ਹੋਣਾ ਚਾਹੁੰਦੇ ਹਾਂ। ਤਾਂ ਮਤਲਬ ਇੱਕ ਤਰ੍ਹਾਂ ਦੀ ਤੁਸੀਂ ਅੱਜ ਦੇ ਯੂਥ ਵਾਸਤੇ ਇਹ ਕਹਿ ਸਕਦੇ ਹਾਂ ਵੀ ਇੱਕ ਤਰ੍ਹਾਂ ਦੀ ਤੁਸੀਂ ਇੰਸਪੀਰੇਸ਼ਨ ਦਾ ਕੰਮ ਕਰ ਰਹੇ ਹੋ, ਜਾਂ ਜਿਹੜੇ ਬੰਦੇ, ਕਿਉਂਕਿ ਦੇਖੋ ਕੋਵਿਡ ਕਰਕੇ ਪਿਛਲੇ 1 ਸਾਲ ਤੋਂ ਕੋਈ ਵੀ ਸਟੂਡੈਂਟ ਹੈ ਜਿਹੜਾ ਉਹ ਕੈਨੇਡਾ ਨਹੀਂ ਜਾ ਪਾਏ ਕਿਉਂਕਿ ਕਾਲਜਿਸ ਵਗੈਰਾ ਬੰਦ ਨੇ, ਅਤੇ ਹੁਣ ਕੰਮ ਤਾਂ ਦੇਖੋ ਹਰੇਕ ਨੇ ਕਰਨਾ ਹੀ ਹੈ, ਹਰੇਕ ਦੇ ਘਰ ਨਹੀਂ ਸਰਦਾ ਵਰਦਾ ਹੁੰਦਾ ਹੈ ਨਾ, ਤਾਂ ਉਹਨਾਂ ਲਈ ਤੁਸੀਂ ਇੱਕ ਇੰਸਪੀਰੇਸ਼ਨ ਦੇ ਤੌਰ 'ਤੇ ਉੱਭਰੇ ਹੋ,
ਹੈ ਨਾ ਜੀ। ਤਾਂ ਤੁਸੀਂ ਉਹਨਾਂ ਨੂੰ ਕੀ ਰਾਏ ਦੇਣਾ ਚਾਹੋਗੇ ਜਿਹੜੇ ਬੱਚੇ ਬਾਹਰ ਜਾਣ ਦੀ ਸੋਚ ਰਹੇ ਨੇ ਅਤੇ ਉੱਥੇ ਜਾ ਕੇ ਵੀ ਮਿਹਨਤ ਹੀ ਕਰਨੀ ਹੈ ਅਤੇ ਆਪਦੇ ਦੇਸ਼ 'ਚ ਵੀ ਮਿਹਨਤ ਕਰਨੀ ਹੈ ਨਾ, ਉਹਨਾਂ ਲਈ ਤੁਹਾਡਾ ਕੀ ਸੰਦੇਸ਼ ਆ? ਮਿਹਨਤ ਤੋਂ ਲੈ ਕੇ ਤਾਂ ਵੀਰੇ ਥੋੜ੍ਹਾ ਪੈਸੇ ਨੂੰ ਲੈ ਕੇ ਹਿਸਾਬ ਕਿਤਾਬ ਕਰਕੇ ਦੱਸਣਾ ਚਾਹੂੰਗਾ। ਬੰਦਾ ਕੈਨੇਡਾ ਜਾਂਦਾ ਹੈਗਾ 20 ਲੱਖ ਰੁਪਏ ਲਾ ਦਿੰਦਾ ਹੈ, ਠੀਕ ਹੈ। 20 ਲੱਖ ਰੁਪਏ ਉਹਦੇ ਪਹਿਲੇ 2 ਸਾਲ ਤਾਂ ਰਿਕਵਰ ਹੁੰਦੇ ਨਹੀਂਗੇ, ਹੈ ਨਾ। 2 ਜਾਂ 3 ਸਾਲ ਬਾਅਦ ਜੋ PR ਹੋ ਜਾਂਦੇ ਆ ਉਸ ਤੋਂ ਬਾਅਦ ਰਿਕਵਰ ਹੋਣਾ ਸ਼ੁਰੂ ਹੁੰਦਾ ਹੈਗਾ। ਤੁਸੀਂ ਇਹ ਹਿਸਾਬ ਲਓ, ਉਹ 20 ਲੱਖ ਉਸ ਤੋਂ ਬਾਅਦ 3 ਸਾਲ ਕੋਈ ਇਨਕਮ ਜਿਹੜੀ ਹੈ ਨਹੀਂ ਗੀ, ਜਿਹੜੀ ਆ ਰਹੀ ਹੈ, ਅਤੇ ਉਸ ਤੋਂ ਬਾਅਦ ਬੰਦਾ 1.5-2 ਲੱਖ ਕੈਨੇਡਾ ਦੇ ਅਕੋਰਡਿੰਗ ਮਹੀਨੇ ਦਾ ਕਮਾਉਂਦਾ ਹੈਗਾ, ਹੈ ਨਾ। ਅਤੇ ਉਹੀ ਸੋਚ ਕੇ ਚੱਲੋ, ਸਾਡੀ ਇੱਥੇ ਇਨਵੈਸਟਮੈਂਟ ਹੋਈ ਹੈ 5-7 ਲੱਖ ਦੀ, ਠੀਕ ਹੈ। ਅਸੀਂ ਇਹ ਇੱਥੇ 20 ਲੱਖ ਦੀ ਇਨਵੈਸਟਮੈਂਟ ਕਰਦੇ, ਸਾਡਾ ਹੋਰ ਵਧੀਆ ਕੰਮ ਹੁੰਦਾ, ਮਤਲਬ ਸਾਨੂੰ ਜ਼ਿਆਦਾ ਸਪੇਸ ਮਿਲ ਜਾਂਦੀ ਕੰਮ ਕਰਨ ਲਈ। ਐਕਚੁਅਲ ਦੇ ਵਿੱਚ ਹੁਣ ਘੱਟ ਸਪੇਸ ਆ ਜਿੱਦਾਂ, ਹੈ ਨਾ। ਅਤੇ ਉਹੀ ਬੰਦਾ ਜੇ ਉਹਦਾ ਤੀਜਾ ਹਿੱਸਾ ਲਾ ਕੇ 20 ਲੱਖ ਦਾ ਤੀਜਾ ਹਿੱਸਾ ਲਾ ਕੇ ਇੱਥੇ ਕੰਮ ਕਰਦਾ, ਤਾਂ ਉਹ 3 ਸਾਲਾਂ ਨੂੰ ਉਸ ਲੈਵਲ ਤੱਕ ਪਹੁੰਚ ਜਾਏਗਾ ਜਿਸ ਲੈਵਲ ਤੱਕ ਕੈਨੇਡਾ ਹੈ। ਇਨ ਕੇਸ ਉਹ ਕੈਨੇਡਾ 'ਚ ਮਹੀਨੇ ਦਾ 2 ਲੱਖ ਕਮਾ ਰਿਹਾ, 50,000 ਲੱਖ ਰੁਪਇਆ ਖਰਚਾ, ਲੱਖ ਰੁਪਇਆ ਬਚ ਰਹਿਣਾ। ਮੈਂ ਗੈਰੰਟੀ ਨਾਲ ਕਹਿ ਰਿਹਾ ਕਿ ਬੰਦਾ ਐਡਾ ਕੁ ਸਟੋਰ ਕਰਕੇ 5-7 ਲੱਖ ਮਹੀਨਾ 3 ਸਾਲ ਬਾਅਦ 4 ਸਾਲ ਬਾਅਦ 1 ਲੱਖ ਰੁਪਇਆ ਸੇਵਿੰਗ ਕਰ ਸਕਦਾ ਮਹੀਨੇ ਦੀ। ਤਾਂ ਗੱਲ ਸੇਮ ਹੁੰਦੀ ਹੈ, ਮਿਹਨਤ ਦਾ ਹੁੰਦਾ, ਆਈਡੀਆ ਦਾ ਹੁੰਦਾ, ਕਨਸੈਪਟ ਦਾ ਹੁੰਦਾ ਵੀਰੇ। ਗੱਲ ਸਾਰੀ ਮਿਹਨਤ ਦੀ ਹੋਈ ਹੈ, ਚਾਹੇ ਤੁਸੀਂ ਆਪਣੇ ਦੇਸ਼ 'ਚ ਕਰ ਲਓ ਚਾਹੇ ਬਾਹਰਲੇ ਦੇਸ਼ 'ਚ ਜਾ ਕੇ ਕਰ ਲਓ। ਵੀ ਜੇ ਕਰਨ ਵਾਲਾ ਬੰਦਾ ਤਾਂ ਉਹ ਆਪਣੇ ਦੇਸ਼ 'ਚ ਵੀ ਕੁਛ ਨਾ ਕੁਛ ਕਰ ਹੀ ਲੈਂਦਾ, ਜਿਹਨੇ ਕੁਛ ਕਰਨਾ ਹੀ ਨਹੀਂ ਉਹਨੇ ਬਾਹਰ ਜਾ ਕੇ ਵੀ ਨਹੀਂ ਕੁਛ ਕਰਨਾ, ਹੈ ਨਾ। ਚਲੋ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਟਾਈਮ ਕੱਢਣ ਲਈ, ਅਤੇ ਬਹੁਤ ਤੁਹਾਡੀ ਚਾਹ ਦਾ ਟੇਸਟ ਮੈਨੂੰ ਵੀ ਬਹੁਤ ਵਧੀਆ ਲੱਗਿਆ। ਅਤੇ ਅਸੀਂ ਤਾਂ ਹੀ ਸੋਚਿਆ ਸੀ ਵੀ ਚਲੋ ਯਾਰ ਇਹਨਾਂ ਦੇ ਬਾਰੇ ਵੀ ਕੁਛ, ਹੈ ਨਾ, ਸਰੋਤਿਆਂ ਨੂੰ ਕੁਛ ਜਾਣਕਾਰੀ ਦਈਏ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡੇ ਸਰੋਤੇ ਇੱਥੇ ਆਉਂਦੇ ਜਾਂਦੇ ਹੀ ਰਹਿੰਦੇ ਨੇ, ਅਤੇ ਵੀ ਉਹ ਵੀ ਤੁਹਾਡੇ ਕੋਲੇ ਹੁਣ ਆ ਕੇ ਜਾਣਗੇ, ਹੈ ਨਾ ਜੀ। ਚਲੋ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ, ਬਹੁਤ ਬਹੁਤ ਧੰਨਵਾਦ। ਵੈਲਕਮ, ਥੈਂਕ ਯੂ।